ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਅਜਿਹੇ ਡੇਰੇ ਜਿੱਥੋਂ ਦੇ ਮਾਲਕ ਨੇ ਕੁੱਤੇ। ਕੁੱਤੇ ਨੇ ਇੱਥੋਂ ਦੇ ਰਾਜੇ। ਕੁੱਤਿਆਂ ਦੇ ਨਾਮ ਹੈ 40 ਕਿੱਲੇ ਜ਼ਮੀਨ। जो ਇਹਦੀ ਜਾਇਦਾਦ ਸੰਬੰਧੀ ਜੋ ਵੀ ਹੈ ਉਹ ਸਮਾਧਾਂ ਦੇ ਨਾਮ ਹੈ ਇੱਥੇ। ਉਹਦਾ ਕਾਰਨ ਇਹ ਹੈ ਕਿ ਭਵਿੱਖ ਦੇ ਵਿੱਚ ਕਈ ਵਾਰ ਕੋਈ ਇਹੋ ਜਿਹਾ ਸਾਧੂ ਸੰਤ ਮਹਾਪੁਰਸ਼ ਬੈਠ ਜਾਂਦਾ ਜੋ ਨਸ਼ੇ ਇਤਿਆਦਿ ਦੀ ਜਿਹਨੂੰ ਲੱਤ ਲੱਗ ਜੇ ਤੇ ਜਿਹਦੇ ਕਾਰਨ ਉਹ ਇਸ ਸੰਪत्ति ਨੂੰ ਨਸ਼ਟ ਕਰ ਸਕਦਾ ਸੀ। ਉਸ ਡਰ ਦੇ ਕਾਰਨ ਇਹਨੂੰ ਨਾ ਕੋਈ ਵੇਚ ਸਕਦਾ ਨਾ ਇਸ ਨੂੰ ਕੋਈ ਖਰੀਦ ਸਕਦਾ। ਇਸ ਡੇਰੇ ਦੇ ਨਿਯਮਤ ਜੋ ਇੱਥੇ ਖੂਹ ਦੀ ਸਭ ਤੋਂ ਪਹਿਲਾਂ ਸਥਾਪਨਾ ਹੋਈ ਸੀ ਇਹਦੇ ਵਿੱਚ ਅੱਜ ਵੀ ਜਲ ਹੈ। ਜਲ ਤਾਂ ਹੈ ਹੀ ਹੈ, ਇਹਦੇ ਵਿੱਚ ਉਲਟਾ ਮੋਟਰ ਕਰਕੇ ਸੁੱਟੀ ਹੋਈ ਹੈ। ਜਦੋਂ ਕਿਤੇ ਮਤਲਬ ਪਾਣੀ ਦੀ ਆਵਸ਼ਕਤਾ ਹੁੰਦੀ ਹੈ ਇਹ ਖੂਹੇ ਦੇ ਵਿੱਚ ਕਦੇ 2 ਉਂਗਲ ਪਾਣੀ ਨਹੀਂ ਘਟਦਾ ਹੈ। ਇਹਨਾਂ ਨੇ ਸਵੇਰੇ ਮਤਲਬ ਦਰਵੇਸ਼ਾਂ ਨੂੰ ਲੱਸੀ ਪਾਉਣੀ ਹੈ, ਜਿਹੜੀ ਚਾਹ ਦੇ ਟਾਈਮ ਉਹ ਲੱਸੀ ਦਾ ਸੇਵਨ ਕਰਦੇ ਨੇ। ਦੁਪਹਿਰ ਹੈ ਹੁਣ ਦੁਪਹਿਰ ਦੇ ਮੁਤਾਬਕ ਇਹਨਾਂ ਨੂੰ ਭੋਜਨ ਪਾਇਆ ਜਾਏਗਾ। ਇਸੇ ਤਰ੍ਹਾਂ ਰਾਤ ਨੂੰ 9 ਵਜੇ ਹਰੋ ਹਰੀ ਹੁੰਦੀ ਹੈ ਤੇ ਇਹਨਾਂ ਨੂੰ ਭੋਜਨ ਕਰਾ ਕੇ ਫਿਰ ਪੰਗਤ ਲੱਗਦੀ ਹੈ। ਇਹ ਸਮਾਧਾਂ ਉਹ ਨੇ ਜਿਸ ਤਰ੍ਹਾਂ देखिए जो संत महापुरुष इत्थे गद्दी नशीन होए ने, गद्दी के अहुदेदार होए ने, उन्हां दे नियमित जो भंडारी इत्यादि जिस संत महापुरुषां ने आके इत्थे अपना देह दा त्याग किया है, फिर उन्हां दी जिहड़ी है समाधियां दे उपर जिहड़े आपां लगे दिखदे हैं ना पत्थर, ये पत्थर नहीं, इन्हां नूं शिव पिंडी का ही स्वरूप दिता जाता है भी वो शिव स्वरूप हो गए, भगवान च ब्रह्मलीन हो गए। जिन्हां दा अगर कोई मनोरथ कोई सिद्धि इस डेरे के नियमित इत्थे संतां दे दरगाह दे विच हुंदी है ते उहदे नियमित बाबे कोई पैसा इत्यादि चढ़ चढ़ावे दे पक्ष च नहीं हैगे। वो कहंदे ने भी इत्थे दे मालक बाहर दरवेश ने, उन्हां नूं दुੱਧ पाओ, उन्हां नूं तुसीं ब्रैड पाओ, ठीक है जी, उन्हां नूं कंघी करो, ठीक है, हाँ जी, उन्हां दे मतलब गल दे विच तुसीं फुੱਲ पाओ, तुहाडा अपना भाव है उन्हां दी ही उस जदों तुसीं उन्हां दी सेवा करोगे मालक देखेगा तुहानूं जरूर तुहाडे मन च वरदान की प्राप्ति होएगी। सत श्री अकाल, तुसीं देख रहे हो डेली पोस्ट पंजाबी। मैं हाँ जसनूर तवन। ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਰਾਜਪੁਰਾ ਦੇ ਨੇੜੇ ਪਿੰਡ ਖਾਨਪੁਰ ਗੜੀਆਂ, ਇੱਕ ਡੇਰੇ ਵਿੱਚ ਜੋ 700 ਸਾਲ ਪੁਰਾਣਾ ਤੇ ਕਿਹਾ ਜਾਂਦਾ ਹੈ ਕਿ ਇੱਥੋਂ ਦੀ ਜਿਹੜੀ ਸੰਪत्ति ਹੈ ਉਹ ਦਰਵੇਸ਼ਾਂ ਯਾਨੀ ਕਿ ਕੁੱਤਿਆਂ ਦੇ ਨਾਮ ਹੈ। ਤਾਂ ਸਾਡੇ ਨਾਲ ਦੇਵੀ ਰਾਮ ਜੀ ਇਸ ਵਕਤ ਮੌਜੂਦ ਨੇ, ਉਹਨਾਂ ਤੋਂ ਸਾਰਾ ਇਤਿਹਾਸ ਜਾਣ ਲੈਂਦੇ ਆ ਕਿ ਕੀ ਇਤਿਹਾਸ ਹੈ, ਇਸ ਜਗ੍ਹਾ ਦਾ ਮਾਲਕ ਕੌਣ ਹੈ। ਉਹ ਸ਼ੁਰੂ ਤੋਂ ਜਿਹੜੇ ਆਪਣੇ ਇਹ ਜੂਨਾ ਅਖਾੜੇ ਦੇ ਸਿੱਧ ਮਹਾਪੁਰਸ਼ ਹੋਏ ਨੇ ਮਹਾਰਾਜ ਦੱਤਾਤਰੇय ਜੀ, ਜਿਨ੍ਹਾਂ ਨੇ ਦਰਵੇਸ਼ਾਂ ਦੇ ਨਿਯਮਤ ਆਪਣਾ ਉਤਸ਼ਾਹ ਔਰ ਪ੍ਰੇਮ ਬਹੁਤ ਵਡਿਆਈ ਇਤਿਆਦि ਜਿੱਥੇ ਉਹ ਆਉਂਦੇ ਜਾਂਦੇ ਸੀ ਦਰਵੇਸ਼ ਉਹਨਾਂ ਦੇ ਨਾਲ ਰਹਿੰਦੇ ਸੀ। ਇਸ ਅਖਾੜੇ ਦੇ ਵਿੱਚ ਜਿੰਨੇ ਸਾਧੂ ਸੰਤ ਮਹਾਪੁਰਸ਼ ਰਹੇ ਨੇ ਉਹਨਾਂ ਦੇ ਇੱਥੇ ਨਹੀਂ हर तकरीबन तुहानूं भारत दे विच बड़े बड़े इहो जिहे मंदिर मिलणगे जिथे मतलब दरवेशां दी बहुत सेवा करी जाती है। तो राजन नूं भी यही हुक्म होया ते ओह पुरानी जिहड़ी संप्रदा चली आ रही है वो ये है कि सब तो पहला इस संपत्ति दा मालक है जिहड़ा एक जवानी मालक आपां कह सकते हैं, जवान वल्लों कह सकते हैं भी ये धरती दे नाल इहदा दा संबंध ये है कि एक पुरानी कहावत आउंदी है, कहंदे भी जदों कोई परमात्मा ने सृष्टि रची सब नूं सब कुछ वंडता ते कुत्ते ने कहा भी मैं तो 2 रोटियां दा संतोष कर लाँगा, ये जो संपत्ति इत्यादि है मानव नूं दित्ती जावे। ये एक मतलब पुरानी गल है जिहदा किसी कोल कोई प्रूफ नहीं है। उस दे नियमित इस धरती दे उत्ते तकरीबन अगर आपां विचार करिया जाए तो सारी धरती है ही कुत्तियां दी है। हर एक पिंड दे विच हर एक गली च कुत्ते रहने, हर एक प्राणी दे घर रोटी बनदी आ कुत्तियां नूं चाहे पहलां कढ के देवे चाहे बाद दे विच दे देवे, चाहे सुच्ची दे देवे चाहे झूठी दे देवे। परमात्मा ने जो इन्हां दे नियमित परिस्थिति बनाई हुई है उहदे नियमित ये कार्य जिहड़ा है संपन्न हो रहा है। उस तो बाद
ਕੁੱਤਿਆਂ ਨੂੰ ਦੁਪਹਿਰ ਨੂੰ ਸਭ ਤੋਂ ਪਹਿਲਾਂ ਲੰਗਰ ਬਣਦਾ ਹੈ, ਪਹਿਲਾਂ ਇਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜੋ ਵੀ ਪੰਗਤ ਲੱਗਦੀ ਹੈ ਉਹ ਰੋਟੀ ਪਾਣੀ ਛਕਦੀ ਹੈ। ਜੋ ਇਹਦੀ ਜਾਇਦਾਦ ਸੰਬੰਧੀ ਜੋ ਵੀ ਹੈ ਉਹ ਸਮਾਧਾਂ ਦੇ ਨਾਮ ਹੈ ਇੱਥੇ। ਉਹਦਾ ਕਾਰਨ ਇਹ ਹੈ ਕਿ ਭਵਿੱਖ ਦੇ ਵਿੱਚ ਕਈ ਵਾਰ ਕੋਈ ਇਹੋ ਜਿਹਾ ਸਾਧੂ ਸੰਤ ਮਹਾਂਪੁਰਸ਼ ਬੈਠ ਜਾਂਦਾ ਜੋ ਨਸ਼ੇ ਇਤਿਆਦੀ ਦੀ ਜਿਸ ਨੂੰ ਲੱਤ ਲੱਗ ਜੇ ਤੇ ਜਿਹਦੇ ਕਾਰਨ ਉਹ ਇਸ ਸੰਪत्ति ਨੂੰ ਨਸ਼ਟ ਕਰ ਸਕਦਾ ਸੀ। ਉਸ ਡਰ ਦੇ ਕਾਰਨ ਇਹਨੂੰ ਨਾ ਕੋਈ ਵੇਚ ਸਕਦਾ, ਨਾ ਇਸ ਨੂੰ ਕੋਈ ਖਰੀਦ ਸਕਦਾ। ਤੇ ਸੰਤ ਮਹਾਂਪੁਰਸ਼ਾਂ ਦੇ ਨਿਯਮਤ ਅਨੁਸਾਰ ਇੱਥੇ ਜਦੋਂ ਡੇਰੇ ਦਾ ਨਿਰਮਾਣ ਹੋ ਰਿਹਾ ਸੀ, ਸ਼ਾਇਦ ਤੁਸੀਂ ਸ਼ੂਟ ਕੀਤਾ ਹੋਵੇ, ਇੱਥੇ ਖੂਹ ਹੈ ਪੁਰਾਣਾ। ਜੇਕਰ ਇਸ ਦੁਨੀਆ ਦੇ ਵਿੱਚ ਜੋ ਵੀ ਸਾਡੇ ਪੰਜਾਬ ਦੇ ਕਿਸਾਨ ਭਰਾ, ਸਾਡੇ ਹੋਰ ਜਾਤੀਆਂ ਨਾਲ ਸੰਬੰਧਿਤ ਪੰਡਤ, ਤਖਾਣ, ਸੁਨਿਆਰ ਜਾਂ ਪੜ੍ਹੇ ਲਿਖੇ ਨੌਜਵਾਨ, ਉਹ ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ ਸਮੇਂ ਦੀ ਮਾਰ ਕਰਕੇ ਪਾਣੀ ਜਿਹੜਾ ਹੈ ਉਹਦਾ ਸਤਲ ਬਹੁਤ ਥੱਲੇ ਚਲਾ ਗਿਆ ਹੈ ਤੇ ਆਲੇ ਦੁਆਲੇ ਦੇ ਜਿਹੜੇ ਕੂਏ ਨੇ ਸੁੱਕ ਗਏ ਨੇ। ਇਸ ਡੇਰੇ ਦੇ ਨਿਯਮਤ ਜੋ ਇੱਥੇ ਖੂਹ ਦੀ ਸਭ ਤੋਂ ਪਹਿਲਾਂ ਸਥਾਪਨਾ ਹੋਈ ਸੀ, ਇਹਦੇ ਵਿੱਚ ਅੱਜ ਵੀ ਜਲ ਹੈ। ਜਲ ਤਾਂ ਹੈ ਹੀ ਹੈ, ਇਹਦੇ ਵਿੱਚ ਉਲਟਾ ਮੋਟਰ ਕਰਕੇ ਸੁੱਟੀ ਹੋਈ ਹੈ। ਜਦੋਂ ਕਿਤੇ ਮਤਲਬ ਪਾਣੀ ਦੀ ਆਵਸ਼ਕਤਾ ਹੁੰਦੀ ਹੈ, ਇਹ ਖੂਹੇ ਦੇ ਵਿੱਚ ਕਦੇ 2 ਉਂਗਲ ਪਾਣੀ ਨਹੀਂ ਘਟਦਾ ਹੈਗਾ। ਤਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕੁੱਤੀ ਭੇਜੀ ਗਈ ਸੀਗੀ ਫੇਰਾ ਲਾਉਣ ਲਈ, ਪਿੱਛੇ ਘੋੜੇ ਭੇਜੇ ਗਏ ਤਾਂ ਜ਼ਮੀਨ ਮਾਪੀ ਜਾਣੀ ਸੀਗੀ, ਤਾਂ ਕਿੰਨੀ ਜ਼ਮੀਨ ਮਾਪੀ ਗਈ ਸੀ ਉਸ ਵਕਤ? ਉਹਦੇ ਨਿਯਮਤ 1000 ਏਕੜ ਦਾ ਜਿਹੜਾ ਹੈਗਾ ਉਹਨਾਂ ਨੇ ਫਿਰਕਾ ਲਾਇਆ ਸੀਗਾ। ਤੇ ਫਿਰਕਾ ਲਾਉਣ ਦੇ ਮੁਤਾਬਕ ਉਹ ਸੰਪत्ति ਦੇ ਨਿਯਮਤ ਪਹਿਲਾਂ ਕਿਆ ਹੁੰਦਾ ਸੀ, ਰਾਜਿਆਂ ਮਹਾਰਾਜਿਆਂ ਕੋਲ ਜ਼ਮੀਨਾਂ ਦੇ ਹਿਸਾਬ ਤਾਂ ਮੁਨੀਮਾਂ ਕੋਲ ਹੋਇਆ ਕਰਦੇ ਤੇ। ਫਿਰ ਸਮੇਂ ਦੇ ਬਦਲਾਵ ਨਾਲ ਇਹ ਪਟਵਾਰੀ ਆਏ। ਹੁਣ ਅੱਜ ਕੱਲ੍ਹ ਸੁਵਿਧਾ ਕੇਂਦਰ ਕੰਪਿਊਟਰੀ ਰਾਜ ਹੋ ਗਿਆ। ਉਹਦੇ ਮੁਤਾਬਕ ਜੋ ਪੇਜ ਵਰਕਾ 1000 ਏਕੜ ਜ਼ਮੀਨ ਦਾ ਸੀ ਉਹ ਬਾਬਿਆਂ ਕੋਲ ਮੁਹੱਈਆ ਕਰਾਇਆ ਗਿਆ ਸੀ। ਕਿਸੇ ਅਣਗਹਿਲੀ ਦੇ ਵਿੱਚ ਉਹ ਧੂਣੇ ਦੇ ਵਿੱਚ ਫੁੱਕ ਗਿਆ ਸੀ, ਜਿਹਦੇ ਵਿੱਚ 40 ਏਕੜ ਜ਼ਮੀਨ, 160 ਵਿਗੇ ਜ਼ਮੀਨ ਜਿਹੜੀ ਹੈ ਉਹ ਬਚ ਗਈ ਸੀ। ਉਹ ਬਚਣ ਤੋਂ ਬਾਅਦ ਜੀ ਇਹ ਮਤਲਬ ਕਿ ਉਸੀ ਦੇ ਨਾਲ ਡੇਰੇ ਦਾ ਜਿਹੜਾ ਹੈ ਪਾਲਣ ਪੋਸ਼ਣ ਇਤਿਆਦੀ ਹੁੰਦਾ ਹੈ। ਇਹਦੇ ਨਿਯਮਤ ਨਾ ਬਾਬੇ ਆ ਇਹ ਅਲਖ ਜਗਾਉਂਦੇ ਨੇ, ਨਾ ਕਿਤੇ ਮੰਗਣ ਜਾਂਦੇ ਨੇ। ਉਲਟਾ ਅਗਰ ਇੱਥੇ ਕੋਈ ਸਾਧੂ ਸੰਤ ਆ ਜਾਂਦਾ, ਉਹਨੂੰ ਭੋਜਨ ਆਦਿ ਔਰ ਦਾਨ ਦਕਸ਼ਣਾ ਦੇ ਨਾਲ ਨਿਵਾਰਿਆ ਜਾਂਦਾ ਹੈ ਜੀ। ਹਾਂਜੀ। ਤੇ ਹੋਰ ਕੀ ਖਾਸੀਅਤ ਹੈ ਇਸ ਡੇਰੇ ਦੀ? ਹੋਰ ਦੇਖੋ ਜੀ, ਜਿਹੜੇ ਡੇਰੇ ਹੁੰਦੇ ਨੇ, ਮੰਦਿਰ ਹੁੰਦੇ ਨੇ, ਉਹਨਾਂ 'ਚ ਫਰਕ ਹੁੰਦਾ ਹੈ। ਡੇਰਾ ਅਰਥਾਤ ਡੇਰੇ ਜਾਂ ਮੱਠ, ਇਹ ਇੱਕ ਸੰਨਿਆਸੀ ਸਾਧੂ ਸੰਤਾਂ ਦਾ ਤਪਸਵੀ ਸਥਲ ਹੁੰਦਾ ਹੈ, ਜਿਹਦੇ 'ਚ ਉਹ ਸੰਸਾਰ ਤੋਂ ਹਟ ਕੇ ਪੀੜ ਭੜੱਕੇ ਤੋਂ ਅਲੱਗ ਹੋ ਕੇ ਤਪ ਕਰਦੇ ਨੇ ਜੀ। ਤੇ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਵੀ ਮੱਠ ਹੈ, ਇੱਥੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜਾਂ ਕੋਈ ਹੋਰ, ਇਹੋ ਜਿਹਾ ਕੋਈ ਸੰਬੰਧ ਨਹੀਂ। ਸੰਬੰਧ ਹੁੰਦਾ ਮਹਾਤਮਾ ਦੇ ਨਾਲ, ਜਿਹੜੇ ਕਰਨੀ ਵਾਲੇ ਤਪਸਵੀ ਰੂਹਾਂ ਉਹ ਬੈਠੀਆਂ ਹੁੰਦੀਆਂ ਨੇ। ਤੇ ਜਦੋਂ ਕੋਈ ਭਗਤ ਲੋਕ ਕੋਈ ਝਾੜੇ ਦੇ ਨਿਯਮਤ ਜਾਂ ਉਸਨੂੰ ਕੋਈ ਬਿਮਾਰੀ ਹੈ ਜਾਂ ਉਸ ਦਾ ਕੋਈ ਮਨੋਰਥ ਸਿੱਧ ਹੈ ਜਾਂ ਕੋਈ ਹੋਰ ਗੱਲਬਾਤ ਹੁੰਦੀ ਹੈ, ਉਹ ਉੱਥੇ ਦੇ ਸੰਤ ਨਾਲ, ਮਹਾਂਪੁਰਸ਼ਾਂ ਦੇ ਨਾਲ ਬੈਠ ਕੇ ਆਪਣਾ ਦੁੱਖ ਵਡਾਂਦਰਾ ਕਰਦੇ ਨੇ ਤੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਉਹਨਾਂ ਦੀ ਜਿਹੜੀ ਨਿਵਾਰਨ ਹੁੰਦਾ ਹੈ ਦੁੱਖ ਦਾ, ਇੱਛਾ ਦੀ ਪੂਰਤੀ ਹੁੰਦੀ ਹੈ। ਤੇ ਮੰਦਿਰ ਦੇ ਵਿੱਚ ਆਪਾਂ ਜਾਂਦੇ ਹਾਂ, ਮੰਦਿਰ ਦੇ ਵਿੱਚ ਸਿਰਫ ਭਗਤ ਭਗਵਾਨ ਤੇ ਉਹਦਾ ਪੁਜਾਰੀ ਹੁੰਦਾ ਹੈ। ਜਿਵੇਂ ਆਪਾਂ ਨੈਣਾ ਦੇਵੀ ਜਾਂ ਆਪਾਂ ਅਮਰਨਾਥ ਜਾਂ ਕਿਤੇ ਜਗਨਨਾਥ, ਕਿਸੇ ਵੀ ਪਰਮ ਪਾਵਨ ਤੀਰਥ ਤੇ ਜਾਂਦੇ ਹਾਂ, ਉੱਥੇ ਆਪਾਂ ਆਪਣਾ ਸਮਾਨ ਲੈ ਕੇ ਡਾਇਰੈਕਟ ਭਗਵਾਨ ਕੋਲੋਂ ਮੰਨਤ ਮੰਗਦੇ ਹਾਂ। ਤੇ ਡੇਰੇ ਦੇ ਵਿੱਚ ਤੇ ਸੰਤਾਂ ਦਾ ਜਿਹੜਾ ਵਰਣ ਹੈ, ਉਹਦੇ ਵਿੱਚ ਗੁਰਬਾਣੀ ਦੇ ਵਿੱਚ ਵੀ ਇਹਨਾਂ ਦੀ ਬਹੁਤ ਵਡਿਆਈ ਕਰੀ ਗਈ ਹੈ। ਸੰਤ ਦੀ ਨਿੰਦਿਆ ਨਰਕਾਂ ਤੋਂ ਵੀ ਬੜੇ ਬੜੇ ਨਰਕਾਂ ਦੇ ਵਿੱਚ ਪਹੁੰਚਾ ਦਿੰਦੀ ਹੈ। ਤੇ ਇਸ ਕਰਕੇ ਸੰਤਾਂ ਦਾ ਜਿਹੜਾ ਤਪ ਅਨੁਸ਼ਠਾਨ ਹੁੰਦਾ, ਉਹਦੇ ਨਾਲ ਜੋ ਭਗਤ ਸੰਗਤ ਲੋਕ ਆਉਂਦੇ ਹੈ, ਉਹਨਾਂ ਦਾ ਮਤਲਬ ਮਹਾਤਮਾਵਾਂ ਦੇ ਨਾਲ ਹੀ ਸੰਬੰਧ ਹੈ। ਤੇ ਇਹੀ ਡੇਰੇ ਦੀ ਮਹੱਤਤਾ ਹੁੰਦੀ ਹੈ ਕਿ ਇੱਥੇ ਹੁਣ 13ਵੀਂ ਗੱਦੀ ਤੇ ਬਾਬਾ ਜੀ ਬੈਠੇ ਸੀਗੇ, ਉਹ ਵੀ ਆਪਣਾ ਜਿਹੜਾ ਹੈ ਜੋਤੀ ਜੋਤ ਮਤਲਬ ਇਸ ਸੰਤ ਸਵਰੂਪ ਸੀ, ਚਲੇ ਗਏ। ਉਹਨਾਂ ਦਾ ਜਿਨ੍ਹਾਂ ਭਗਤਾਂ ਦਾ ਉਹਨਾਂ ਦੁਆਰਾ ਕਲਿਆਣ ਹੋਇਆ ਸੀ, ਉਹ ਜਦੋਂ ਹੁਣ ਦੁਨੀਆ 'ਚ ਚਲੇ ਗਏ, ਉਹ ਭਗਤਾਂ ਦਾ ਜਿਹੜਾ ਭਾਵ ਹੈ ਹੁਣ ਉਹਨਾਂ ਦੀ ਸਮਾਧੀ ਤੱਕ ਰਹਿ ਗਿਆ, ਨਾ ਕਿ ਉਹ ਅੰਦਰ ਆਉਂਦੇ ਹੈ ਸਮਾਧੀ ਤੇ ਮੱਥਾ ਟੇਕ ਕੇ ਆਪਣਾ ਜੈ ਜੈਕਾਰ ਕਰਕੇ ਚਲੇ ਜਾਂਦੇ ਹੈ। ਐਂ ਹੀ ਪਹਿਲਾਂ ਸਮਾਧੀਆਂ ਬਣੀਆਂ ਹੋਈਆਂ ਨੇ। ਹੁਣ ਇਸੇ ਤਰ੍ਹਾਂ ਕੋਈ ਸੰਤ ਮਹਾਂਪੁਰਸ਼ ਹੁਣ ਬੈਠਣਗੇ, ਜਿਹੜੇ ਜਵਾਕ ਬੱਚੇ ਨਵੀਂ ਪਨੀਰੀ ਆਈ ਜਾਏਗੀ, ਉਹ ਉਹਨਾਂ ਦੇ ਨਾਲ ਉਹਨਾਂ ਦਾ ਕਲਿਆਣ ਹੋਏਗਾ ਤੇ ਉਹਨਾਂ ਨੂੰ ਮੰਨਦੇ ਰਹਿਣਗੇ।
ਤੋ ਇਸ ਕਰਕੇ ਇਸ ਦੀ ਮਹੱਤਤਾ ਡੇਰੇ ਦੀ ਇਹ ਹੈ, ਡੇਰੇ ਦੀ ਮਹੱਤਤਾ ਡੇਰੇ ਦੇ ਸਾਧ ਨਾਲ ਹੈ। ਜੀ ਹਾਂਜੀ। ਤੇ ਸਵੇਰ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ? ਮੈਂ ਸੁਣਿਆ ਕਿ ਜਦੋਂ ਭੋਜਨ ਬਣਦਾ ਹੈ, ਜਦੋਂ ਲੰਗਰ ਬਣਾਇਆ ਜਾਂਦਾ ਹੈ, ਤਾਂ ਸਭ ਤੋਂ ਪਹਿਲੇ ਭੋਗ ਕੁੱਤਿਆਂ ਨੂੰ ਲਵਾਇਆ ਜਾਂਦਾ ਹੈ। ਉਹਦਾ ਇਹ ਹੈ ਜੀ ਕਿ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਸਵੇਰੇ ਉੱਠ ਕੇ ਚਾਹ ਪੀਂਦੇ ਹਾਂ, ਕੌਫੀ ਪੀਂਦੇ ਹਾਂ, ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਚੁੰਨੂ ਮੁੰਨੂ ਫੈਂਕੀ ਜੈਂਕੀ ਕੁੱਤਿਆਂ ਦੇ ਨਾਂ ਰੱਖੇ ਹੁੰਦੇ ਨੇ ਹੈ, ਉਹਨਾਂ ਨੂੰ ਵੀ ਬ੍ਰੈਡ ਆਦਿ ਅਗਲਾ ਆਪਣੇ ਘਰ ਦੇ ਵਿੱਚ ਨਾਸ਼ਤਾ ਕਰਾਉਂਦਾ। ਇਸੇ ਤਰ੍ਹਾਂ ਇਸ ਡੇਰੇ ਦੇ ਤਕਰੀਬਨ ਜਿੰਨੇ ਵੀ ਕੁੱਤੇ ਨੇ ਇਹਨਾਂ ਨੂੰ ਦਰਵੇਸ਼ ਦੇ ਨਾਂ ਨਾਲ ਹੀ ਸੰਬੋਧਿਤ ਕਰਿਆ ਜਾਂਦਾ। ਤੇ ਬਾਬਾ ਜੀ ਆ ਗਏ ਨੇ, ਇਹ ਹੁਣ ਦੁਪਹਿਰ ਦਾ ਜਿਹੜਾ ਹੈ, ਘੁਮਾ ਦਿਓ ਜੀ ਕੈਮਰਾ ਉਧਰ ਨੂੰ, ਮਹਾਂਪੁਰਸ਼ ਮਹਾਰਾਜ ਸ੍ਰੀ ਪਰਮ ਪੂਜਨੀਏ ਬਾਬਾ ਜੀ ਹਰੀਗਿਰੀ ਜੀ ਨੇ, ਇਹ ਭੰਡਾਰੀ ਹਨ ਡੇਰੇ ਦੇ। ਇਹਨਾਂ ਨੇ ਸਵੇਰੇ ਮਤਲਬ ਦਰਵੇਸ਼ਾਂ ਨੂੰ ਲੱਸੀ ਪਾਉਣੀ ਹੈ, ਜਿਹੜੀ ਚਾਹ ਦੇ ਟਾਈਮ ਉਹ ਲੱਸੀ ਦਾ ਸੇਵਨ ਕਰਦੇ ਨੇ। ਦੁਪਹਿਰ ਹੈ ਹੁਣ ਦੁਪਹਿਰ ਦੇ ਮੁਤਾਬਕ ਇਹਨਾਂ ਨੂੰ ਭੋਜਨ ਪਾਇਆ ਜਾਏਗਾ। ਇਸੇ ਤਰ੍ਹਾਂ ਰਾਤ ਨੂੰ 9 ਵਜੇ ਹਰੋ ਹਰੀ ਹੁੰਦੀ ਹੈ ਤੇ ਇਹਨਾਂ ਨੂੰ ਭੋਜਨ ਕਰਾ ਕੇ ਫਿਰ ਪੰਗਤ ਲੱਗਦੀ ਹੈ। ਆਓ ਜੀ ਇਸ ਕਰਕੇ ਆਪਾਂ ਦਰਵੇਸ਼ਾਂ ਦੇ ਦਰਸ਼ਨ ਕਰੀਏ। ਜੀ, ਤਾਂ ਇਹਨਾਂ ਨੂੰ ਬੁਲਾਇਆ ਜਾ ਰਿਹਾ ਹੁਣ ਆਵਾਜ਼ ਇਹਨਾਂ ਨੂੰ ਬੁਲਾਇਆ ਜਾ ਰਿਹਾ ਹੈਗਾ। ਤੇ ਸਭ ਤੋਂ ਪਹਿਲੇ ਭੋਗ ਇਹਨਾਂ ਨੂੰ ਲਗਾਇਆ ਜਾਂਦਾ ਹੈ, ਸਭ ਤੋਂ ਪਹਿਲਾਂ ਆਏ ਹੁੰਦੇ ਹਾਂਜੀ ਲੰਗਰ ਛਕਾਇਆ ਜਾਂਦਾ। ਹੁਣ ਇੱਥੇ ਗਿਣਤੀ ਹੈ ਜਿਹੜੀ ਥੋੜੀ ਜਿਹੀ ਦਰਵੇਸ਼ਾਂ ਦੀ ਇਸ ਲਈ ਘੱਟ ਹੈ ਕਿ ਕੋਈ ਖੇਤਾਂ 'ਚ ਕਿਤੇ ਪਿਆ ਹੁੰਦਾ ਹੈ, ਕੋਈ ਕਿਤੇ ਪਿਆ ਹੁੰਦਾ ਹੈ। ਹੌਲਾ ਕਰਕੇ ਕੁੱਤਿਆਂ ਦੀ ਕੋਈ ਆਯੂ ਵੀ ਘੱਟ ਹੁੰਦੀ ਹੈ, ਕੁਝ ਬੱਚੇ ਮਰ ਵੀ ਜਾਂਦੇ ਹੈ। ਤੇ ਕਈ ਵਾਰ ਕਿਸੇ ਸਾਲ ਤਾਂ ਇੱਥੇ ਦੇਖਣ ਨੂੰ 40 45 ਕੁੱਤਿਆਂ ਦਾ ਅਸੀਂ ਇਕੱਠ ਦੇਖਿਆ। ਹੁਣ ਵਿਚਕਾਰ ਜੀ ਨੂੰ ਬਹੁਤ ਕੁੱਤਿਆਂ ਦੀ ਦਸ਼ਾ ਜਿਹੜੀ ਹੈਗੀ ਹੈ ਉਹ ਹੋ ਗਈ ਹੈ। ਉਧਰ ਨੂੰ ਵੀ ਲੈ ਲਓ ਜੀ ਕੈਮਰਾ, ਕੁੱਤਾ ਆਂਦਾ ਦਿਖਾ ਦਿਓ। ਇਹਨਾਂ ਨੂੰ ਆਪ ਹੀ ਵੈਸੇ ਪਤਾ ਲੱਗ ਜਾਂਦਾ ਕਿ ਸਮਾਂ ਹੋ ਰਿਹਾ ਹੈ। ਹਾਂਜੀ ਜਦੋਂ ਵੀ ਆਵਾਜ਼ ਪਹੁੰਚਦੀ ਹੈ ਨਾ, ਜਦੋਂ ਹੁਣ ਇਹਨਾਂ ਨੂੰ ਆਵਾਜ਼ ਕਰਕੇ ਸੰਬੋਧਿਤ ਕਰਿਆ ਗਿਆ ਤੇ ਤੂੰ ਜਿਹੜਾ ਇਹ ਇੱਕ ਨਾਰਾ ਹੈ, ਇਹਨਾਂ ਦਾ ਅਰਥ ਹੈ ਕਿ ਇਹਨਾਂ ਨੂੰ ਬੁਲਾ ਲਿਆ ਗਿਆ ਤੇ ਹੁਣ ਇਹ ਆਪਣਾ ਜੋ ਵੀ ਹੈ ਭੋਜਨ ਆਦਿ ਗ੍ਰਹਿਣ ਕਰਕੇ ਆਰਾਮ ਕਰਨਗੇ। ਤੇ ਇਹ ਡੇਰੇ ਤੇ ਕੋਈ ਪੱਕੀ ਜਗ੍ਹਾ ਹੈ, ਕੋਈ ਕਮਰਾ ਵਗੈਰਾ ਜਾਂ ਕੋਈ? ਇਹ ਸਾਰਾ ਉਹ ਹਾਲ ਬਣਿਆ ਹੋਇਆ ਜੀ, ਉਹ ਸ਼ਟਰ ਖੁੱਲਾ, ਠੀਕ ਹੈ ਜੀ। ਉਹ ਪਿੱਛੇ ਮਹਾਦੇਵ ਭੂਤਨਾਥ ਦਾ ਮੰਦਿਰ ਹੈ, ਉੱਥੇ ਵੀ ਦਰਵਾਜ਼ੇ ਨੂੰ ਕੋਈ ਉਹ ਨਹੀਂ ਲੱਗਿਆ ਵਾ। ਪਰ ਇਹਨਾਂ ਦੀ ਸਥਿਤੀ ਇਹ ਹੈ ਕਿ ਇਹ ਡੇਰੇ ਦੇ ਮਤਲਬ ਇਸ ਮੀਂਹ ਪਵੇ ਬੂੰਦੀ ਪਵੇ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਨਹੀਂ। ਜਿੱਥੇ ਉਹ ਸਾਹਮਣੇ ਤੁਸੀਂ ਉਹ ਦੇਖ ਰਹੇ ਹੋ ਬਣਿਆ ਹੋਇਆ, ਉੱਥੇ ਸਾਰੇ ਕੁੱਤੇ ਨੇ ਰਾਤ ਨੂੰ ਇਕੱਠੇ ਹੋ ਕੇ ਸ਼ੈਨ ਕਰਨਾ। ਵੈਸੇ ਡੇਰਾ ਹੀ ਮਤਲਬ ਮੰਦਿਰ ਹੀ ਇਹਨਾਂ ਦਾ ਹੈ, ਸੰਪत्ति ਦੇ ਮਾਲਕ ਵੀ ਇਹੀ ਨੇ। ਕਿਉਂਕਿ ਬੰਦਾ ਸਾਧ ਹੈ, ਜੋ ਆਪਾਂ ਮਾਲਕੀਅਤ ਉਸ ਨੂੰ ਕਹਿ ਸਕਦੇ ਹਾਂ। ਤੁਹਾਡੇ ਕੋਲ ਕੋਈ ਵਾਹਨ ਹੋਵੇ, ਐਕਟਿਵਾ ਹੋਵੇ, ਕਾਰ ਹੋਵੇ, ਤੁਸੀਂ ਉਸ ਨੂੰ ਵੇਚ ਖਰੀਦ ਸਕਦੇ ਹੋ, ਤੁਸੀਂ ਮਾਲਕ ਹੋ। ਜੇ ਤੁਸੀਂ ਵੇਚ ਖਰੀਦ ਹੀ ਨਹੀਂ ਸਕਦੇ ਤਾਂ ਆਪਾਂ ਉਸਦੇ ਮਾਲਕ ਨਹੀਂ ਹੈਗੇ। ਮਾਲਕ ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ। ਤੇ ਹੁਣ ਕਿੰਨੀ ਕੁ ਗਿਣਤੀ ਹੈ ਇੱਥੇ ਕੁੱਤਿਆਂ ਦੀ? ਹੁਣ ਤੱਕ ਕੁੱਤਿਆਂ ਦੀ ਗਿਣਤੀ ਸਰ ਤਕਰੀਬਨ ਮੈਡਮ ਜੀ 10-12 ਕੁੱਤੇ ਰਹਿ ਗਏ ਨੇ। ਹੁਣ ਕੁਝ ਕੁੱਤੇ ਮਤਲਬ ਕਿ ਨਵਾਂ ਸਿਰਜਣ ਹੋਏਗਾ। ਇੱਥੇ ਹੁੰਦਾ ਕੀ ਹੈ, ਤਕਰੀਬਨ ਇੱਥੇ ਸਪਰੇਹਾਂ ਸਪਰੂਹਾਂ ਹੁੰਦੀਆਂ ਨੇ ਆਲੇ ਦਾਲੇ, ਜਾਂ ਕੋਈ ਅੰਦਰ ਬਾਹਰ ਕੁੱਤਾ ਚਲਿਆ ਜਾਂਦਾ ਹੈ ਆਪਣੀ ਆਯੂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਕਿਸੇ ਨਾ ਕਿਸੇ ਕਾਰਨ ਕਰਕੇ ਆਪਣਾ ਚੋਲਾ ਛੱਡ ਜਾਂਦਾ ਹੈ। ਤੇ ਖੂਹ ਦੀ ਖਾਸ ਵਿਸ਼ੇਸ਼ਤਾ ਇਹੀ ਖੂਹ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਸੀ? ਹਾਂਜੀ, ਇਹ ਉਹੀ ਖੂਹ ਹੈ ਜੀ ਜਿਹਦੇ ਵਿੱਚ ਇਹ ਹਜੇ ਤੱਕ ਜਲ ਦੇ ਨਾਲ ਹਰਿਆ ਭਰਿਆ ਤੇ ਉਸੇ ਤਰ੍ਹਾਂ ਇਹ ਮੌਜੂਦ ਹੈ। ਤੇ ਇਹੀ ਇੱਕ ਇਸ ਡੇਰੇ ਦੀ ਹੋਰ ਵੀ ਬਹੁਤ ਗੱਲਾਂ ਨੇ, ਪਰ ਇਹ ਪ੍ਰਥਮ ਮਤਲਬ ਕਿ ਸੰਕੇਤ ਕਰਦੀ ਹੈ ਕਿ ਕੁਦਰਤ ਵੱਲੋਂ ਵੀ ਹਾਂ ਸ਼ਕਤੀ ਹੈ। ਕਿਉਂਕਿ ਆਲੇ ਦੁਆਲੇ ਨੇੜੇ ਤੇੜੇ ਆਪ ਜੀ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤਕਰੀਬਨ 200 300 ਫੁੱਟ ਤੇ ਥੱਲੇ ਜਾ ਕੇ ਪਾਣੀ ਮਿਲਦਾ ਹੈ ਮੋਟਰ ਨੂੰ। ਇਹਦੇ ਨਾਲ ਇੱਥੇ ਮੋਟਰ ਲਾਈ ਗਈ ਸੀਗੀ, ਉਸ ਤੇ ਪਾਣੀ ਨਹੀਂ ਨਿਕਲਿਆ ਹੈਗਾ। ਇਹ ਦੇਖੋ ਇਹ ਸਮਰਸੀਬਲ ਵਿੱਚ ਗਿਰਿਆ ਹੋਇਆ, ਉਲਟਾ ਇਸ ਖੂਹ ਦਾ ਪਾਣੀ ਹੈ ਜਿਹੜਾ ਮਤਲਬ ਕਿ ਪਤਾ ਨਹੀਂ ਬਾਬਿਆਂ ਦੀ ਕਿਆ ਕਿਰਪਾ ਹੈ ਜਿਹਦੇ ਨਾਲ ਇਹ ਜਿਵੇਂ ਜਿਸ ਹਿਸਾਬ ਨਾਲ ਥੱਲੇ ਹੈ ਸਿਰਫ ਇਹਦੇ 'ਚ ਜਲ ਹੈ। 2-4 ਫੁੱਟ ਉਧਰ ਨਹੀਂ ਹੈ, 2-4 ਫੁੱਟ ਉਧਰ ਨਹੀਂ ਹੈ, ਬਸ ਇੰਨੇ ਕੁ ਸਥਾਨ 'ਚ ਹੈ। ਇਹ ਸਮਰਸੀਬਲ ਮੋਟਰ ਗਿਰੀ ਹੋਈ ਹੈ, ਇੱਥੋਂ ਪਾਣੀ ਚੱਲਦਾ ਹੈ, ਗੋਬਰ ਗੈਸ ਹੈ, ਮੈਸਾਂ ਨਲਾਉਣਾ ਧਲਾਉਣਾ ਹੋਰ ਸਾਰਾ ਹਿਸਾਬ ਕਿਤਾਬ ਇਹਦੇ ਤੋਂ ਚੱਲਦਾ ਹੈ। ਇਹ ਸਮਾਧਾਂ ਉਹ ਨੇ ਜਿਸ ਤਰ੍ਹਾਂ ਦੇਖੀਏ ਜੋ ਸੰਤ ਮਹਾਂਪੁਰਸ਼ ਇੱਥੇ ਗੱਦੀ ਨਸ਼ੀਨ ਹੋਏ ਨੇ, ਗੱਦੀ ਦੇ ਅਹੁਦੇਦਾਰ ਹੋਏ ਨੇ, ਉਹਨਾਂ ਦੇ ਨਿਯਮਤ ਜੋ ਭੰਡਾਰੀ ਇਤਿਆਦਿ ਜਿਸ ਸੰਤ ਮਹਾਂਪੁਰਸ਼ਾਂ ਨੇ ਆ ਕੇ ਇੱਥੇ ਆਪਣਾ ਦੇਹ ਦਾ ਤਿਆਗ ਕੀਤਾ ਹੈ, ਫਿਰ ਉਹਨਾਂ ਦੀ ਜਿਹੜੀ ਹੈ ਸਮਾਧੀਆਂ ਦੇ ਉੱਪਰ ਜਿਹੜੇ ਆਪਾਂ ਲੱਗੇ ਦਿਖਦੇ ਆ ਨਾ ਪੱਥਰ,
ਇਹ ਪੱਥਰ ਨਹੀਂ, ਇਹਨਾਂ ਨੂੰ ਸ਼ਿਵ ਪਿੰਡੀ ਦਾ ਹੀ ਸਰੂਪ ਦਿੱਤਾ ਜਾਂਦਾ ਹੈ ਵੀ ਉਹ ਸ਼ਿਵ ਸਵਰੂਪ ਹੋ ਗਏ, ਭਗਵਾਨ 'ਚ ਬ੍ਰਹਮਲੀਨ ਹੋ ਗਏ। ਇਸ ਕਰਕੇ ਫਿਰ ਇਹਨਾਂ ਦੀ ਸਵੇਰੇ ਤੇ ਦੁਪਹਿਰ ਨੂੰ 4 ਤੇ 5 ਦੇ ਵਿੱਚ ਜਲ ਅਭਿਸ਼ੇਕ ਹੁੰਦਾ ਡੇਲੀ। ਤੇ ਭਗਤ ਹੈ ਜਿਹੜੇ ਇਹਨਾਂ ਦੀ ਯਾਦਗਾਰ ਬਣੀ ਰਵੇ। ਇਹਨਾਂ ਦੀ ਅੱਜ ਵੀ ਸੰਤ ਮਹਾਂਪੁਰਸ਼ਾਂ ਦੀ ਜਿਹੜੀ ਹੈ ਮ੍ਰਿਤਿੂ ਤੋਂ ਬਾਅਦ ਵੀ ਜਿਹੜੀ ਹੈ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਹੈ। ਇਹੀ ਪਰੰਪਰਾ ਆਦਿ ਅਨਾਦਿ ਹੈ। ਇੱਥੋਂ ਦੇ ਜਿਹੜੇ ਦਰਵਾਜ਼ੇ ਨੇ ਇਹ ਨਿਯਮਤ ਅਨੁਸਾਰ ਨੇ। ਹੁਣ 1:30 ਵਜੇ ਦਰਵਾਜ਼ਾ ਬੰਦ ਹੋ ਜਾਏਗਾ, ਫਿਰ 3:30 ਜਾਂ 4 ਵਜੇ ਦਰਵਾਜ਼ਾ ਖੁੱਲ੍ਹੇਗਾ। ਉਸ ਤੋਂ ਬਾਅਦ ਐਵੇਂ ਹੀ ਰਾਤ ਨੂੰ ਫਿਰ 9 ਵਜੇ ਜਿਹੜਾ ਹੈ ਦਰਬਾਰ ਬੰਦ ਹੋ ਜਾਂਦਾ ਹੈ ਜੀ। ਕਿਹਾ ਜਾਂਦਾ ਹੈ ਕਿ ਇੱਥੋਂ ਦੇ ਜਿਹੜੇ ਮਾਲਕ ਨੇ ਉਹ ਕੁੱਤੇ ਨੇ ਜੀ। ਇੱਥੇ ਦੀ ਸੰਪत्ति ਦੇ ਇਸ ਡੇਰੇ ਦੀ, ਇਸ ਪਿੰਡ ਦੀ ਤੇ ਇਸ ਕਹਾਣੀ ਧਰੋਹਰ ਨੇ ਕੁੱਤੇ। ਤੇ ਕੁੱਤਿਆਂ ਨੂੰ ਆਪਾਂ ਕੁੱਤਾ ਕਹਿ ਕੇ ਸੰਬੋਧਿਤ ਨਹੀਂ ਕਰ ਸਕਦੇ, ਇਹਨਾਂ ਨੂੰ ਦਰਵੇਸ਼ ਦੇ ਨਾਂ ਤੇ ਸੰਬੋਧਿਤ ਕੀਤਾ ਜਾਂਦਾ ਹੈ। ਤੇ ਜਿਵੇਂ ਵੀ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਵੀ ਇਸ ਸੰਪत्ति ਦੇ ਮਾਲਕ ਥੇ ਹੈ ਤੇ ਰਹਿਣਗੇ ਤੇ ਦਰਵੇਸ਼ ਹੀ ਹਨ। ਦਰਵੇਸ਼ੀ ਰਹਿਣ ਜੀ। ਤੇ ਨਾਲ ਹੀ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਨਾਮ 40 ਕਿੱਲੇ ਜ਼ਮੀਨ ਹੈ ਜੀ। ਉਹਨਾਂ ਦਾ ਕਾਰਨ ਇਹ ਸੀ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਭਵਿੱਖ ਦੇ ਵਿੱਚ ਕੋਈ ਜ਼ਮੀਨ ਨੂੰ ਵਿਗਾੜ ਨਾ ਸਕੇ ਤੇ ਜ਼ਮੀਨ ਨੂੰ ਕੋਈ ਤੋੜ ਨਾ ਸਕੇ, ਕੋਈ ਵੇਚ ਨਾ ਸਕੇ। ਜ਼ਮੀਨ ਨੂੰ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਕੋਈ ਸੰਤ ਮਹਾਂਪੁਰਸ਼ ਕੋਈ ਨਸ਼ੇ ਦੀ ਲੱਤ ਦੇ ਵਿੱਚ, ਇਸ ਕਰਕੇ ਇਸ ਸਥਿਤੀ ਨੂੰ ਸਭ ਤੋਂ ਪਹਿਲਾਂ ਵਿਚਾਰ ਕੇ ਸ੍ਰੀ ਭਵਾਨੀਗੜ੍ਹ ਮਹਾਂਪੁਰਸ਼ ਜਿਨ੍ਹਾਂ ਦੀ ਇਹ ਸਮਾਧਾਂ ਨੇ, ਇਹ ਤਰਸ਼ੂਲ ਉਹਨਾਂ ਦੀ ਹੀ ਸਮਾਧ ਦੇ ਉੱਤੇ ਲੱਗਿਆ ਹੋਇਆ ਹੈ। ਨਾਲ ਨਾਲ ਜਿਵੇਂ 3 ਸਮਾਧਾਂ ਹੋਰ ਨੇ, ਇਹ ਵੀ ਸੰਤਾਂ ਦੀਆਂ ਨੇ। ਤੇ ਇਹਨਾਂ ਦੇ ਰਾਜਾ ਜੀ ਨੂੰ, ਜਿਸ ਨੇ ਇਸ ਸੰਪਰਦਾ ਨੂੰ ਬਣਾਇਆ, ਇਹ ਜ਼ਮੀਨ ਇਹਨਾਂ ਨੂੰ ਆਮਦਨ ਦੇ ਨਿਯਮਤ ਦਿੱਤੀ ਗਈ। ਉਹਦੇ ਨਿਯਮਤ ਇਹ ਦਰਵੇਸ਼ਾਂ ਨੂੰ ਹੀ ਇਹਨਾਂ ਦਾ ਜਿਹੜਾ ਹੈ ਅਹੁਦੇਗਾਰ ਬਣਾਇਆ ਗਿਆ। ਇਹ ਮਾਲਕ ਨੇ, ਇਹ ਇੱਥੇ ਦੇ ਰੱਖ ਰਖਾਵ ਖੁੱਲ੍ਹੇ ਨੇ, ਕੋਈ ਇਹਨਾਂ ਦੇ ਗਲ 'ਚ ਪਟਾ ਨਹੀਂ ਪਾਇਆ ਹੋਇਆ, ਕੋਈ ਇਹਨਾਂ ਨੂੰ ਬੰਧਿਤ ਨਹੀਂ ਕੀਤਾ ਹੋਇਆ ਤੇ ਨਾ ਹੀ ਇਹਨਾਂ ਨੂੰ ਕੋਈ ਨੌਕਰ ਦੀ ਸ਼੍ਰੇਣੀ ਦਿੱਤੀ ਗਈ ਹੈ। ਉਹਦੇ ਨਿਯਮਤ ਸਾਰੇ ਦਰਵੇਸ਼ਾਂ ਨੂੰ ਦੁਪਹਿਰ ਨੂੰ 12:30 ਵਜੇ ਸਹੀ ਭੋਜਨ ਬਣਦਾ ਹੈ, ਰਾਤ ਨੂੰ 9 ਵਜੇ ਭੋਜਨ ਦਿੱਤਾ ਜਾਂਦਾ ਹੈ। ਮਾਰਨਿੰਗ ਟਾਈਮ ਸਵੇਰੇ ਇਹਨਾਂ ਨੂੰ ਲੱਸੀ ਦਾ ਨਾਸ਼ਤਾ ਦਿੱਤਾ ਜਾਂਦਾ ਹੈ। ਕਹਿੰਦੇ ਰਾਜਿਆਂ ਵਾਂਗ ਰੱਖਿਆ ਜਾਂਦਾ ਹੈ। ਰਾਜਿਆਂ ਵਾਂਗ ਹੈ ਹੀ ਰਾਜੇ ਨੇ। ਕੋਈ ਇਹਦੀ ਉਹਨਾਂ ਵਾਸਤੇ ਸਪੈਸ਼ਲ ਗੱਡੀ ਹੈ, ਕੋਈ ਇਹਨਾਂ ਨੂੰ ਮਲਮ ਪੱਟੀ ਕਰਨੀ ਹੈ, ਕੋਈ ਇਹਨਾਂ ਨੂੰ ਕੋਈ ਹੋਰ ਦੁੱਖ ਦੁਵਿਧਾ ਇਤਿਆਦਿ ਹੁੰਦੀ ਹੈ, ਇਸ ਗੱਡੀ ਦਾ ਜਿਹੜਾ ਪ੍ਰਯੋਗ ਹੈ ਦਰਵੇਸ਼ਾਂ ਵਾਸਤੇ ਕੀਤਾ ਜਾਂਦਾ ਹੈ। ਤੇ ਕਈ ਵਾਰ ਇਹਨਾਂ ਨੂੰ ਦਰਵੇਸ਼ਾਂ ਨੂੰ ਵਿੱਚ ਬਿਠਾ ਕੇ ਡੇਰੇ ਦੇ ਆਲੇ ਦੁਆਲੇ ਵੀ ਘੁਮਾਇਆ ਜਾਂਦਾ ਹੈ, ਪਰ ਉਹ ਕੱਚਾ ਹੋਣ ਕਰਕੇ ਰਸਤਾ ਖਰਾਬ ਹੈ ਤੇ ਨਹੀਂ ਤਾਂ ਤੁਹਾਨੂੰ ਉਹ ਦਰਸ਼ਨ ਵੀ ਕਰਵਾਉਂਦੇ। ਖਾਸ ਧਿਆਨ ਦਿੱਤਾ ਜਾਂਦਾ ਹਰ ਇੱਕ ਚੀਜ਼ ਇਹਨਾਂ ਦਾ ਹੀ ਹੈ ਜੀ ਸਾਰਾ ਕੁਝ। ਹਾਂਜੀ, ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਕੁੱਤਿਆਂ ਨੂੰ ਕੁੱਤਿਆਂ ਦੀ ਤਰ੍ਹਾਂ ਰੱਖਿਆ ਜਾਏ। ਇਹਨਾਂ ਨੂੰ ਦਰਵੇਸ਼ਾਂ ਦੀ ਉਪਾਧੀ ਦਿੱਤੀ ਗਈ ਹੈ ਤੇ ਇਹਨਾਂ ਦਾ ਰੱਖ ਰਖਾਵ ਤੇ ਇਹਨਾਂ ਦੀ ਸਿਹਤ ਸੰਭਾਲ, ਉਹਦੇ ਲਈ ਅਸੀਂ ਸਾਰੇ ਜਿਹੜੇ ਇੱਥੇ ਦੇ ਬੰਦੇ ਆ ਤਾਂ ਅਸੀਂ ਇਹਨਾਂ ਦੇ ਸੇਵਕ ਹਾਂ ਜੀ। ਤੇ ਜਿਹੜੇ ਲੋਕ ਆਉਂਦੇ ਕੁਝ ਲੈ ਕੇ ਆਉਂਦੇ, ਗਿਫਟਸ ਵਗੈਰਾ ਲੈ ਕੇ ਆਉਂਦੇ ਕੁੱਤਿਆਂ ਨੂੰ। ਹਾਂਜੀ, ਉਹਦੇ ਨਿਯਮਤ ਕੋਈ ਦੁੱਧ ਤੇ ਕੋਈ ਬ੍ਰੈਡ ਲੈ ਕੇ ਆ ਜਾਂਦੇ ਨੇ। ਜਿਨ੍ਹਾਂ ਦਾ ਅਗਰ ਕੋਈ ਮਨੋਰਥ ਕੋਈ ਸਿੱਧੀ ਇਸ ਡੇਰੇ ਦੇ ਨਿਯਮਤ ਇੱਥੇ ਸੰਤਾਂ ਦੇ ਦਰਗਾਹ ਦੇ ਵਿੱਚ ਹੁੰਦੀ ਹੈ ਤੇ ਉਹਦੇ ਨਿਯਮਤ ਬਾਬੇ ਕੋਈ ਪੈਸਾ ਇਤਿਆਦਿ ਚੜ੍ਹਾਵੇ ਦੇ ਪੱਖ 'ਚ ਨਹੀਂ ਹੈਗੇ। ਉਹ ਕਹਿੰਦੇ ਨੇ ਵੀ ਇੱਥੇ ਦੇ ਮਾਲਕ ਬਾਹਰ ਦਰਵੇਸ਼ ਨੇ, ਉਹਨਾਂ ਨੂੰ ਦੁੱਧ ਪਾਓ, ਉਹਨਾਂ ਨੂੰ ਤੁਸੀਂ ਬ੍ਰੈਡ ਪਾਓ, ਠੀਕ ਹੈ ਜੀ, ਉਹਨਾਂ ਨੂੰ ਕੰਘੀ ਕਰੋ, ਠੀਕ ਹੈ। ਹਾਂਜੀ, ਉਹਨਾਂ ਦੇ ਮਤਲਬ ਗਲ ਦੇ ਵਿੱਚ ਤੁਸੀਂ ਫੁੱਲ ਪਾਓ, ਤੁਹਾਡਾ ਆਪਣਾ ਭਾਵ ਹੈ। ਉਹਨਾਂ ਦੀ ਹੀ ਉਸ ਜਦੋਂ ਤੁਸੀਂ ਉਹਨਾਂ ਦੀ ਸੇਵਾ ਕਰੋਗੇ, ਮਾਲਕ ਦੇਖੇਗਾ ਤੁਹਾਨੂੰ, ਜ਼ਰੂਰ ਤੁਹਾਡੇ ਮਨ 'ਚ ਵਰਦਾਨ ਦੀ ਪ੍ਰਾਪਤੀ ਹੋਏਗੀ ਜੀ। ਤਾਂ ਦਰਵੇਸ਼ਾਂ ਦੀ ਸੇਵਾ ਕਰਨ ਦੇ ਨਾਲ ਹੀ ਅਸਲ ਜਿਹੜੀ ਰੂਹ ਨੂੰ ਸ਼ਾਂਤੀ ਮਿਲਦੀ ਹੈ ਜੀ। ਤੇ ਦਰਵੇਸ਼ ਇਹ ਕੋਈ ਆਮ ਦਰਵੇਸ਼ ਨਹੀਂ ਹੈਗੇ, ਇਹ ਕਿਸੇ ਬੰਦੇ ਨੂੰ ਨਹੀਂ ਪੈਂਦੇ। ਪਰ ਇੱਥੇ ਕੋਈ ਬਾਹਰ ਦਾ ਕੁੱਤਾ ਆ ਜੇ, ਕੋਈ ਕਈ ਵਾਰ ਇਸ ਡੇਰੇ ਦਾ ਨਾਮ ਸੁਣ ਕੇ ਵੀ ਕੁੱਤਿਆਂ ਦੇ ਨਾਂ ਡੇਰਾ ਸੰਪत्ति ਹੈ, ਵੀ ਕੁੱਤਿਆਂ ਦੀ ਵਧੀਆ ਗੌਰ ਹੋਊਗੀ, ਇੱਥੇ ਛੱਡ ਜਾਂਦੇ ਹੈ, ਪਰ ਇਹ ਕੁੱਤੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ। ਇਸ ਕਰਕੇ ਸਾਡੀ ਇੱਕ ਬੇਨਤੀ ਹੈ ਇਸ ਮਾਧਿਅਮ ਦੇ ਰਾਹੀਂ, ਨਿਊਜ਼ ਦੇ ਰਾਹੀਂ, ਡੇਲੀ ਨਿਊਜ਼ ਦੇ ਮਾਧਿਅਮ ਵੀ ਕੋਈ ਵੀ ਅਗਰ ਇਸ ਖਬਰ ਨੂੰ ਜਾਣਦਾ ਹੈ, ਸਮਝਦਾ ਹੈ ਤੇ ਲੋਕਾਂ ਦੇ ਘਰ ਪਹੁੰਚਦੀ ਹੈ ਵੀ ਇੱਥੇ ਕੋਈ ਕੁੱਤਾ ਨਾ ਛੱਡ ਕੇ ਜਾਵੇ। ਉਹ ਕੁੱਤਾ ਇੱਥੇ ਆਏਗਾ, ਇੱਥੋਂ ਦੇ ਜਿਹੜੇ ਦਰਵੇਸ਼ ਨੇ ਉਹਨੂੰ ਖਤਮ ਕਰ ਦੇਣਗੇ, ਉਹਨਾਂ ਦਾ ਪਾਪ ਆਪ ਜੀ ਨੂੰ ਲੱਗੇਗਾ। ਇਹ ਬੇਨਤੀ ਹੈ, ਬਾਰ-ਬਾਰ ਕਰਕੇ ਬੇਨਤੀ ਹੈ, ਕਿਉਂਕਿ ਇੱਥੇ ਤਕਰੀਬਨ ਨਿਊਜ਼ ਚੈਨਲ ਹੋਰ ਵੀ ਬੜੇ ਆਏ ਨੇ, ਐਡੀਟਰ ਆਏ ਨੇ, ਜੋ ਵੀ ਆਏ ਨੇ, ਉਹਨਾਂ ਦੀ ਖਬਰ ਸੁਣ ਕੇ ਲੋਕਾਂ ਨੇ ਇੱਥੇ ਕੁੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰੀ ਹੈ ਤੇ ਉਹ ਮ੍ਰਿਤੂ ਨੂੰ ਪ੍ਰਾਪਤ ਹੋਏ ਨੇ।
ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਜੀ ਤਾਂ ਬਹੁਤ ਵਧੀਆ ਲੱਗਿਆ ਟੀਬੀ ਰਾਮ ਜੀ ਤੁਹਾਡੇ ਨਾਲ ਗੱਲ ਕਰਕੇ। ਜੀ। ਬਹੁਤ ਬਹੁਤ ਸ਼ੁਕਰੀਆ ਸਾਨੂੰ ਵੀ ਤੇ ਦਰਸ਼ਕਾਂ ਨੂੰ ਇਸ ਡੇਰੇ ਦੇ ਓਮ ਨਮः ਇਤਿਹਾਸ ਸ਼ਿਵਾय। ਨਾਲ ਜਾਣੂ ਕਰਵਾਉਣ ਲਈ। ਜੀ, ਤਾਂ ਜੀ। ਉਮੀਦ ਹੈ ਕਿ ਜੇ ਸ਼ਰਧਾਲੂ ਨੇ ਸ਼ਰਧਾ ਮਨ ਭਾਵਨਾ ਨਾਲ ਇੱਥੇ ਆਉਣਗੇ ਤੇ ਦਰਵੇਸ਼ਾਂ ਦੀ ਸੇਵਾ ਕਰਨਗੇ ਹਾਂਜੀ। ਤਾਂ ਕਿ ਸ਼ਾਂਤੀ ਦੀ ਪ੍ਰਾਪਤੀ ਉਹਨਾਂ ਨੂੰ ਸ਼ਾਂਤੀ ਹੋਏਗੀ, ਮਨੋਰਥ ਦੀ ਕਾਮਨਾ ਪੂਰੀ ਹੋਏਗੀ। ਜੀ। ਇੱਥੋਂ ਇਹਨਾਂ ਦੀ ਸੇਵਾ ਕਰਕੇ ਜਿਨ੍ਹਾਂ ਪੁੱਤਰਹੀਣ ਨੇ ਉਹਨਾਂ ਨੂੰ ਕਿਤੇ ਵਰਦਾਨ ਲੈਣ ਦੀ ਲੋੜ, ਕੁਛ ਕਰਨ ਦੀ ਲੋੜ ਨਹੀਂ। ਇਹ ਇੱਛਾ ਰੱਖ ਕੇ ਇਹਨਾਂ ਦੀ ਸੇਵਾ ਕਰਨ, ਉਹਨਾਂ ਦੀ ਜੈ ਜੈਕਾਰ ਹੈ। ਅੱਛਾ, ਜਿਹੜੇ ਜਿਨ੍ਹਾਂ ਦੇ ਪੁੱਤ ਨਹੀਂ ਹੁੰਦੇ ਉਹ ਇੱਥੇ ਆਣ। ਹਾਂਜੀ ਹਾਂਜੀ, ਸੇਵਾ ਪਹਿਲਾਂ ਹੋਏ ਨੇ ਜੀ, ਬਹੁਤ ਚਮਤਕਾਰ ਹੈ। ਲੇਕਿਨ ਇਹ ਕਾਰੀ ਹੈ ਜਿਸ ਦੇ ਕਰਨ ਵਾਲਾ ਦਾ ਮਾਲਕ ਹੈ। ਲੇਕਿਨ ਇੱਥੇ ਹਰ ਇੱਕ ਮਤਲਬ ਗੁਰਦੁਆਰਾ ਸਾਹਿਬ ਹੋਏ, ਮੰਦਿਰ ਹੋਏ, ਮਸਜਿਦ ਹੋਏ, ਡੇਰੇ ਹੋਏ, ਹਰ ਇੱਕ ਦਾ ਆਪਣੀ ਆਪਣੀ ਮਾਨਤਾ। ਕਿਤੇ ਕੁਛ ਕਰਨ ਨਾਲ ਪ੍ਰਾਪਤ ਹੁੰਦਾ, ਕਿਤੇ ਕੁਛ ਕਰਨ ਨਾਲ। ਇੱਥੇ ਦਰਵੇਸ਼ਾਂ ਦੀ ਸੇਵਾ ਕਰਨ ਨਾਲ ਮਨੋਰਥ ਦੀ ਸਿੱਧੀ ਪ੍ਰਾਪਤ ਹੁੰਦੀ। ਜੇ ਪੁੱਤ ਦਾ ਵਰ ਵੀ ਲੈਣਾ ਕੁਛ ਵੀ ਅਸੰਭਵ ਹੋਵੇ, ਜੋ ਮੰਨ ਕੇ ਚਲੋ ਕੋਈ ਬੰਦਾ ਬਿਮਾਰ ਹੈ, ਉਹਨੂੰ ਦਵਾਈ ਕੰਮ ਨਹੀਂ ਕਰ ਰਹੀ, ਜਾਂ ਕੋਈ ਪੁੱਤਰ ਦੀ ਇੱਛਾ ਉਹ ਨਹੀਂ, ਜਿਸ ਕਾਰਿਆ ਨੂੰ ਮਨੁੱਖ ਸਵੈਮ ਨਹੀਂ ਕਰ ਸਕਦਾ, ਜੇ ਕਰ ਸਕਦਾ ਹੈ ਉਹਦੇ 'ਚ ਕੁਦਰਤ ਕਦੇ ਵੀ ਹਸਤਕਸ਼ੇਪ ਨਹੀਂ ਕਰਦੀ। ਤੇ ਜੇ ਕਰਕੇ ਉਹ ਮਨੁੱਖ ਦਾ ਕੋਈ ਵੀ ਕਾਰਿਆ ਕਿਤੇ ਨਹੀਂ ਬਣ ਰਿਹਾ, ਇਨਸਾਨ ਦੇ ਹੱਥ 'ਚ ਹੈ ਹੀ ਨਹੀਂ, ਉਹ ਆ ਕੇ ਪ੍ਰਮਾਤਮਾ ਉਹਨਾਂ ਦੀ ਜ਼ਰੂਰ ਸੁਣਦਾ ਹੈ ਤੇ ਉਹਨਾਂ ਦੇ ਮਨੋਰਥ ਦੀ ਸਿੱਧੀ ਹੁੰਦੀ ਹੈ। ਇਸੀ ਦੇ ਨਾਲ ਨਾਲ ਮੈਂ ਡੇਲੀ ਪੋਸਟ ਨਿਊਜ਼ ਪੰਜਾਬੀ ਇਹਨਾਂ ਦਾ ਬਹੁਤ ਬਹੁਤ ਨਿਊਜ਼ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਤੇ ਅਨੁਮਤੀ ਲੈਣਾ ਕਿ ਤੁਸੀਂ ਆ ਕੇ ਲੋਕਾਂ ਦੇ ਭਾਵ ਤੇ ਲੋਕਾਂ ਦੇ ਖਿਆਲਾਂ ਨੂੰ ਇਸ ਪਰਮ ਪਾਵਨ ਤੀਰਥ ਦੇ ਵੱਲ ਉਗਰਾਹ ਕਰਨ ਲਈ, ਉਹਨਾਂ ਨੂੰ ਸੱਤਿਆ ਦਾ ਪ੍ਰਕਾਸ਼ ਕਰਨ ਲਈ ਤੇ ਇਸ ਸੱਚੀ ਸਟੋਰੀ ਨੂੰ, ਉਹਨਾਂ ਦੀ ਭਾਵਨਾ, ਉਹਨਾਂ ਦੇ ਮਸਤਕ, ਉਹਨਾਂ ਦੀ ਮਨ ਆਤਮਾ ਨੂੰ ਸ਼ਾਂਤੀ ਪਹੁੰਚਾਉਣ ਲਈ ਇੱਕ ਜੋ ਇਹ ਸੇਵਾ ਦਾ ਕਾਰਿਆ ਕੀਤਾ ਹੈ, ਇਸ ਦਾ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬੋਲ ਸ਼ੰਕਰ ਭਗਵਾਨ ਕੀ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੇ ਉਮੀਦ ਹੈ ਦਰਸ਼ਕਾਂ ਨੂੰ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ। ਤਾਂ ਰਾਜਪੁਰਾ ਦੇ ਨੇੜੇ ਪਿੰਡ ਖਾਨਪੁਰ ਗੰਡਿਆਂ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ, ਜਿੱਥੇ 700-800 ਸਾਲ ਪੁਰਾਣਾ ਡੇਰਾ ਹੈ ਤੇ ਕਿਹਾ ਜਾਂਦਾ ਹੈ ਇੱਥੇ ਦਰਵੇਸ਼ਾਂ ਦੀ ਸੇਵਾ ਕਰਨ ਨਾਲ ਤੁਹਾਡੇ ਮਨ ਦੀਆਂ ਜਿੰਨੀਆਂ ਵੀ ਇੱਛਾਵਾਂ ਹੋਣ ਉਹ ਜ਼ਰੂਰ ਪੂਰੀਆਂ ਹੁੰਦੀਆਂ। ਤੇ ਇੱਥੋਂ ਹੀ ਤੁਹਾਡੇ ਨਾਲ ਇਜਾਜ਼ਤ ਲੈਂਦੇ ਹਾਂ ਸਹਿਯੋਗੀ ਸਾਥੀ ਵਿੱਕੀ ਦੇ ਨਾਲ। ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਰਾਜਪੁਰਾ।